ਦੋਸਤੋ ਬੁਢਲਾਡਾ ਦੀ ਇੱਕ ਸਨਮਾਨਯੋਗ ਸੰਸਥਾ ਸਨਮਾਨਯੋਗ ਜਗ੍ਹਾ ਤੁਸੀਂ ਸਾਰੇ ਜਾਣਦੇ ਹੋ ਰਾਮਲੀਲਾ ਗਰਾਊਂਡ। ਔਰ ਰਾਮਲੀਲਾ ਗਰਾਊਂਡ ਜਿੱਥੇ ਅਸੀਂ ਹਰ ਸਾਲ ਰਾਮਲੀਲਾ ਦੇਖਦੇ ਹਾਂ। ਇੱਥੇ ਹੋਰ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਹੁੰਦੇ ਨੇ, ਲੇਕਿਨ ਇਸ ਵਕਤ ਇੱਥੇ ਜਿੰਨਾ ਗੰਦ ਪਿਆ ਹੋਇਆ ਸੀ ਹੁਣ ਤੋਂ ਕੁਝ ਮਿੰਟ ਪਹਿਲਾਂ, ਕਿਉਂਕਿ ਇੱਥੇ ਹੁਣ ਸਫਾਈ ਸ਼ੁਰੂ ਕੀਤੀ ਗਈ ਹੈ। ਇੱਥੇ ਗੰਦ ਪਾਉਣ ਲਈ ਯੋਗਦਾਨ ਕਿਸ ਦਾ? ਯੋਗਦਾਨ ਸਾਡੇ ਸ਼ਹਿਰੀਆਂ ਦਾ ਹੀ ਹੈ। ਅਸੀਂ ਇੱਥੇ ਕੂੜਾ ਸਿੱਟਦੇ ਹਾਂ ਅਤੇ ਕੂੜੇ ਦਾ ਡੰਪ ਇੱਥੇ ਬਹੁਤ ਬੁਰੇ ਤਰੀਕੇ ਨਾਲ ਬਣਿਆ ਹੋਇਆ ਸੀ ਅਤੇ ਉਸ ਡੰਪ ਨੂੰ ਚੁਕਵਾਉਣ ਲਈ, ਇਸ ਦੀ ਸਫਾਈ ਕਰਨ ਲਈ ਬੀੜਾ ਚੁੱਕਿਆ ਜੀ ਸ਼ਹਿਰ ਦੀਆਂ ਦੋ ਸੰਸਥਾਵਾਂ ਨੇ, ਗਊ ਸੇਵਾ ਦਲ ਔਰ ਮਹਾਕਾਵੜ ਸੰਘ। ਇਹਨਾਂ ਦੇ ਜਿਹੜੇ ਵਰਕਰ ਨੇ, ਇਹਨਾਂ ਦੇ ਜਿਹੜੇ ਮੈਂਬਰ ਨੇ, ਪੂਰੇ ਤਨਦੇਹੀ ਨਾਲ ਮੈਂ ਦੇਖ ਰਿਹਾ ਕਾਫੀ ਚਿਰ ਤੋਂ ਇਹ ਸਫਾਈ ਕਰਨ ਲੱਗੇ ਹੋਏ ਨੇ। ਔਰ ਇਹਨਾਂ ਦਾ ਇਰਾਦਾ ਹੈ, ਦ੍ਰਿੜ ਇਰਾਦਾ ਕਿ ਇਸ ਰਾਮਲੀਲਾ ਗਰਾਊਂਡ ਨੂੰ ਇਹ ਪੂਰੇ ਤਰੀਕੇ ਨਾਲ ਇਹਨੂੰ ਸਾਫ਼ ਕਰਨਗੇ। ਤਾਂ ਮੇਰੇ ਨਾਲ ਸੰਸਥਾ ਦੇ ਮੈਂਬਰ ਨੇ, ਆਪਾਂ ਇਹਨਾਂ ਤੋਂ ਜਾਣਾਂਗੇ ਕੀ ਪਲਾਨ ਹੈ। ਸਰ, ਕੀ ਸੋਚ ਕੇ ਆਪਾਂ ਇਸ ਸਫਾਈ ਦੀ ਮੁਹਿੰਮ ਚਲਾਈ ਅੱਜ? ਜੀ ਵੈਸੇ ਤਾਂ ਜਿਵੇਂ ਦੇਖਿਆ ਜਾਵੇ ਪੂਰੇ ਸ਼ਹਿਰ ਦਾ ਵੀ ਬੁਰਾ ਹਾਲ ਹੈ ਜੀ, ਬਟ ਜਿਹੜੀ ਰਾਮਲੀਲਾ ਗਰਾਊਂਡ ਹੈ ਸਾਰੇ ਸ਼ਹਿਰ ਨੂੰ ਪਤਾ ਹੈ ਵੀ ਇਸ ਨਾਲ ਆਪਣੇ ਸ਼ਹਿਰ ਦੀਆਂ ਕਿੰਨੀਆਂ ਭਾਵਨਾਵਾਂ ਜੁੜੀਆਂ। ਸਭ ਤੋਂ ਪਹਿਲਾਂ ਇੱਥੇ ਬੁਢਲਾਡੇ ਦਾ ਸਭ ਤੋਂ ਵੱਡਾ, ਸਭ ਤੋਂ ਪੁਰਾਣਾ ਦੁਰਗਾ ਮਾਤਾ ਮੰਦਿਰ ਹੈ। ਉਸ ਤੋਂ ਇਲਾਵਾ ਜਿੰਨੇ ਵੀ ਸ਼ਹਿਰ ਦੇ ਕੋਈ ਦੁੱਖ ਸੁੱਖ ਦੇ ਪ੍ਰੋਗਰਾਮ ਹੁੰਦੇ ਨੇ ਉਹ ਵੀ ਇੱਥੇ ਹੁੰਦੇ ਨੇ। ਜਦੋਂ ਕਿਸੇ ਦਾ ਕੋਈ ਭੋਗ ਹੁੰਦਾ ਹੈ ਜਾਂ ਕੋਈ ਹੋਰ ਫੰਕਸ਼ਨ ਹੁੰਦਾ ਹੈ, ਜਦੋਂ ਪੂਰੇ ਪੰਜਾਬ ਦੇ ਵਿੱਚੋਂ ਜਾਂ ਹਰਿਆਣੇ ਦੇ ਵਿੱਚੋਂ ਉਹਨਾਂ ਦੇ ਰਿਸ਼ਤੇਦਾਰ ਇੱਥੇ ਆਉਂਦੇ ਨੇ ਤਾਂ ਉਹ ਦੇਖ ਕੇ ਉਹਨਾਂ ਦੇ ਦਿਲ ਦੇ ਵਿੱਚ ਸਾਡੇ ਸ਼ਹਿਰ ਦੀ ਇਮੇਜ ਕੀ ਰਹਿੰਦੀ ਹੋਊਗੀ। ਉਹ ਤਾਂ ਦੇਖਦੇ ਹੋਣਗੇ ਯਾਰ ਵੀ ਇਹਨਾਂ ਨੂੰ ਲੋਕਾਂ ਨੂੰ ਰਹਿਣਾ ਹੀ ਨਹੀਂ ਆਉਂਦਾ, ਪਤਾ ਨਹੀਂ ਵੀ ਇੱਥੇ ਗੰਦ ਦੇ। ਇਸੇ ਚੀਜ਼ ਨੂੰ ਦੇਖਦੇ ਹੋਏ ਕੱਲ੍ਹ ਸੰਜੂ ਦੇ ਸਾਨੇ ਅਸੀਂ ਪਲਾਨ ਕੀਤਾ ਵੀ ਕਿਉਂ ਨਾ ਇਸ ਦੀ ਸ਼ੁਰੂਆਤ ਜੋ ਸਫਾਈ ਦੀ ਹੈ, ਲੋਕਾਂ ਨੂੰ ਅਸੀਂ ਜਾਗਰੂਕ ਕਰ ਰਹੇ ਹਾਂ ਵੀ ਭਰਾਵੋ ਇਹ ਜ਼ਿਲ੍ਹੇ ਸ਼ਹਿਰ ਦੇ ਵਿੱਚ ਗੰਦ ਦੇ ਢੇਰ ਲੱਗੇ ਨੇ, ਇਹ ਆਪਣੀ ਸਾਰਿਆਂ ਦੀ ਮਿਹਰਬਾਨੀ ਹੈ, ਕੋਈ ਬਾਹਰੋਂ ਆ ਕੇ ਨਹੀਂ ਇਹਦੇ ਢੇਰ ਲਾ ਕੇ ਜਾਂਦਾ। ਤਾਂ ਕਿਉਂ ਨਾ ਇਹਦੀ ਸ਼ੁਰੂਆਤ ਆਪਾਂ ਰਾਮਲੀਲਾ ਗਰਾਊਂਡ ਤੋਂ ਹੀ ਕਰੀਏ। ਤਾਂ ਸੋ ਇਸੇ ਕਰਕੇ ਅੱਜ ਸਾਡੀ ਦੋਵੇਂ ਸੰਸਥਾਵਾਂ ਨੇ ਇੱਕ ਡਰਿਲ ਚਲਾਈ ਸੀਗੀ, ਜਿਸ ਤਹਿਤ ਅਸੀਂ ਰਾਮਲੀਲਾ ਗਰਾਊਂਡ ਦੇ ਵਿੱਚ ਅੱਜ ਇਕੱਠੇ ਹੋਏ ਅਤੇ ਸਾਡੇ ਸਾਰੇ ਮੈਂਬਰ, ਸਾਡੇ ਸਾਰੇ ਵਲੰਟੀਅਰ ਮਿਲ ਕੇ ਇਹ ਸੇਵਾ ਨਿਭਾ ਰਹੇ ਨੇ। ਔਰ ਸਾਡੀ ਕੋਸ਼ਿਸ਼ ਹੋਊਗੀ ਇਸ ਤੋਂ ਬਾਅਦ ਪੂਰੀ ਤਰ੍ਹਾਂ ਇੱਥੇ ਸਫਾਈ ਮੇਨਟੇਨ ਰੱਖੀ ਜਾਵੇ ਲਗਾਤਾਰ, ਤਾਂ ਕਿ ਸਾਡੇ ਸ਼ਹਿਰ ਦੀ ਬਦਨਾਮੀ ਨਾ ਬਾਹਰ ਹੋਵੇ। ਅੱਛਾ, ਜਿਹੜੇ ਇੱਥੇ ਕੂੜੇ ਦੇ ਡੰਪ ਲੱਗੇ ਨੇ ਇਹ ਲਾਏ ਤਾਂ ਇੱਥੋਂ ਦੇ ਆਸ-ਪਾਸ ਦੇ ਲੋਕਾਂ ਨੇ, ਤੁਹਾਨੂੰ ਕੀ ਲੱਗਦਾ ਇਹ ਲੋਕਾਂ ਨੇ ਲਾਏ ਜਾਂ ਰੇਹੜੀਆਂ ਦੇ ਵੀ ਕੂੜਾ ਸੁੱਟਿਆ ਗਿਆ ਇਹਨਾਂ? ਦੇਖੋ ਜੀ, ਇਹ ਉਹੀ ਗੱਲ ਹੈ ਜੀ, ਯੋਗਦਾਨ ਆਪਣਾ ਹੀ ਹੈ। ਕੋਈ ਬਾਹਰੋਂ ਕਿਸੇ ਬਾਹਰਲੇ ਦੇਸ਼ 'ਚੋਂ ਜਾਂ ਬਾਹਰਲੀ ਸਟੇਟ ਦੇ ਵਿੱਚੋਂ ਜਾਂ ਬਾਹਰਲੇ ਸ਼ਹਿਰ ਦੇ ਵਿੱਚੋਂ ਕੋਈ ਨਹੀਂ ਆਇਆ। ਚਾਹੇ ਮੈਂ ਆ, ਚਾਹੇ ਮੇਰਾ ਕੋਈ ਗਵਾਂਢੀ ਹੈ, ਚਾਹੇ ਸਾਡਾ ਕੋਈ ਹੋਰ ਮੈਂਬਰ ਹੈ, ਆਖਰ ਨੂੰ ਹੈ ਤਾਂ ਆਪਣੇ ਸ਼ਹਿਰ ਵਾਸੀ ਇਹ ਨੇ ਜੋ ਹਨੇਰੇ ਸਵੇਰੇ ਇੱਥੇ ਸਿੱਟ ਕੇ ਜਾਂਦੇ ਨੇਗੇ। ਅਤੇ ਮੰਦਰ ਕਮੇਟੀ ਵੀ ਦੁਖੀ ਹੈ ਔਰ ਜੋ ਆਪਣੀ ਇੱਥੋਂ ਦੀ ਰਾਮਲੀਲਾ ਮੈਨੇਜਮੈਂਟ ਕਮੇਟੀ ਹੈ ਉਹ ਵੀ ਦੁਖੀ ਹੈ। ਬੇਨਤੀਆਂ ਬਹੁਤ ਵਾਰ ਹੋ ਚੁੱਕੀਆਂ ਨੇ, ਪਤਾ ਨਹੀਂ ਪਰ ਲੋਕ ਆਪਣੇ ਪੜ੍ਹੇ ਲਿਖੇ ਹੋ ਕੇ ਵੀ ਕਿਉਂ ਨਹੀਂ ਇਹ ਗੱਲਾਂ ਸਮਝ ਰਹੇ। ਅੱਛਾ ਸੋਨੂੰ ਜੀ, ਤੁਸੀਂ ਇੱਥੇ ਬੜੀ ਮਿਹਨਤ ਦੇ ਨਾਲ ਵਰਕਰ ਸਾਰੇ ਮਿਲ ਕੇ ਸਫਾਈ ਕਰ ਰਹੇ ਹੋ, ਕੀ ਇਹ ਸਫਾਈ ਮੇਨਟੇਨ ਰਹਿ ਸਕੇਗੀ ਕਿ ਦੁਬਾਰਾ ਫਿਰ ਲੋਕ ਕੂੜਾ ਨਹੀਂ ਸੁੱਟਣਗੇ ਇੱਥੇ? ਦੇਖੋ ਜੀ, ਇਹਦੇ ਵਿੱਚ ਸੰਸਥਾ ਦੇ ਨਾਲ ਸਾਰੇ ਸ਼ਹਿਰੀਆਂ ਨੂੰ ਵੀ ਨਾਲ ਲੱਗਣਾ ਪਏਗਾ। ਇੱਕ ਸੰਕਲਪ ਲੈਣਾ ਪਏਗਾ ਕਿ ਮੈਂ ਇਸ ਤੋਂ ਬਾਅਦ ਇੱਥੇ ਕੂੜਾ ਨਹੀਂ ਡਿੱਗੇਗਾ। ਉਸ ਤੋਂ ਬਾਅਦ ਪ੍ਰਸ਼ਾਸਨ ਨੂੰ ਵੀ ਥੋੜ੍ਹਾ ਕੋਈ ਕਾਰਵਾਈ ਜਾਂ ਕੋਈ ਐਕਸ਼ਨ ਲੈਣਾ ਪਊਗਾ, ਸਖਤਾਈ ਕਰਨੀ ਪਏਗੀ। ਜਿਵੇਂ ਅੱਜ ਵੀ ਸਾਡੀ ਸਵੇਰੇ ਮੰਦਰ ਕਮੇਟੀ ਨਾਲ ਮੀਟਿੰਗ ਚੱਲ ਰਹੀ ਸੀਗੀ, ਉੱਥੇ ਅਸੀਂ ਇਹੀ ਸੁਝਾਅ ਦਿੱਤਾ ਹੈਗਾ ਵੀ ਜਿੱਥੇ ਵੀ ਇਹ ਕੂੜੇ ਦੇ ਡੰਪ ਲੱਗਦਾ ਹੈਗਾ ਉੱਥੇ ਆਪਾਂ 2 ਕੈਮਰੇ ਲਗਵਾਈਏ। ਜਿਹੜਾ ਵੀ ਬੰਦਾ, ਦੇਖੋ ਆਪਾਂ ਉਹੀ ਗੱਲ ਹੈ ਵੀ ਮੋਸਟਲੀ ਜ਼ਿਆਦਾਤਰ ਬੰਦੇ ਹਨੇਰੇ ਸਵੇਰੇ ਕੂੜਾ ਡੇਗਦੇ ਨੇਗੇ। ਜਦੋਂ ਕੈਮਰਾ ਲੱਗ ਗਿਆ ਤਾਂ ਆਪਾਂ ਉਹਨੂੰ ਈਜ਼ੀਲੀ ਕੈਪਚਰ ਕਰ ਲਾਂਗੇ। ਕੈਪਚਰ ਕਰਨ ਤੋਂ ਬਾਅਦ ਉਹਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰੀਏ ਤਾਂ ਕਿ ਜਦੋਂ ਬਦਨਾਮੀ ਤੇ ਡਰ ਤੋਂ ਲੋਕ ਆਪ ਹੀ ਹਟਣਗੇ। ਵੈਸੇ ਬੇਨਤੀਆਂ ਨਾਲ ਮੰਦਰ ਕਮੇਟੀ ਦੱਸ ਰਹੀ ਸੀ ਵੀ ਆਸ-ਪਾਸ ਦੇ ਦੁਕਾਨਦਾਰਾਂ ਨੂੰ, ਘਰਾਂ ਨੂੰ ਅਸੀਂ ਇਕੱਲੇ ਕੋਲ ਜਾ ਕੇ ਹੱਥ ਜੋੜ ਕੇ ਬੇਨਤੀਆਂ ਕੀਤੀਆਂ ਨੇ, ਪਰ ਫਿਰ ਵੀ ਸ਼ਾਇਦ ਉਹ ਆਦਤ ਤੋਂ ਮਜਬੂਰ ਨੇ। ਤਾਂ ਮੇਰੇ ਨਾਲ ਸ਼ਹਿਰ ਦੀ ਇੱਕ ਹੋਰ ਮਹੱਤਵਪੂਰਨ ਹਸਤੀ ਰਾਕੇਸ਼ ਕੁਮਾਰ ਜੀ ਕੰਟਰੀ ਪ੍ਰਿੰਟਰਸ ਵਾਲੇ ਮੌਜੂਦ ਨੇ। ਸਰ, ਤੁਸੀਂ ਕਿਉਂਕਿ ਕਾਫੀ ਪੁਰਾਣੇ ਸ਼ਹਿਰ ਦੇ ਨਾਲ ਵਾਬਸਤਾ ਹੈਗੇ ਹੋ, ਤੁਹਾਨੂੰ ਕੀ ਲੱਗਦਾ ਜਿਹੜੀ ਸਮੱਸਿਆ ਇਹ ਕਿੰਨੀ ਕੁ ਪੁਰਾਣੀ ਔਰ ਕਿਵੇਂ ਦਾ ਹੱਲ ਕੀਤਾ ਜਾ ਸਕਦਾ? ਹਰਦੇਵ ਜੀ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਮਹਾਕਾਵੜ ਸੰਘ ਬੁਢਲਾਡਾ ਅਤੇ ਗਊ ਸੇਵਾ ਦਲ ਬੁਢਲਾਡਾ ਜਿਹੜਾ ਇਹਨਾਂ ਨੇ ਇਹ ਬੀੜਾ ਚੁੱਕਿਆ ਸਾਫ਼ ਸਫਾਈ ਦਾ ਰਾਮਲੀਲਾ ਗਰਾਊਂਡ ਦਾ, ਇਹ ਬਹੁਤ ਵੱਡਾ ਕਦਮ ਹੈ। ਕਿਉਂਕਿ ਇਸ ਦੇ ਵਿੱਚ ਜਦੋਂ ਕੋਈ ਬੰਦਾ ਆਉਂਦਾ ਬਾਹਰੋਂ ਅੰਦਰੋਂ ਤਾਂ ਇਹ ਇੱਕ ਦਿੱਖ ਹੈ ਸ਼ਹਿਰ ਦੀ, ਸ਼ਹਿਰ ਦਾ ਮੈਸੇਜ ਲੈ ਕੇ ਜਾਂਦੀ ਹੈ ਵੀ ਇੱਥੋਂ ਦੇ ਲੋਕ ਕਿਹੋ ਜਿਹੇ ਨੇ, ਇੱਥੇ ਦਾ ਸਫਾਈ ਜਿਹੜਾ ਹੈਗਾ ਅਭਿਆਨ ਜਾਂ ਜੋ ਵੀ ਸਿਸਟਮ ਹੈਗਾ ਵੀ ਉਹ ਕਿਸ ਤਰ੍ਹਾਂ ਦਾ, ਕਿਵੇਂ ਮੈਨੇਜ ਕੀਤਾ ਜਾ ਰਿਹਾ। ਪਰ ਜਦੋਂ ਆਪਾਂ ਗੇਟ 'ਤੇ ਆਉਂਦੇ ਹਾਂ ਰਾਮਲੀਲਾ ਗਰਾਊਂਡ ਦੇ ਤਾਂ ਇਹ ਬੇਸਿਕਲੀ ਐਂ ਲੱਗਦਾ ਵੀ ਡੰਪ ਹੀ ਇਹ ਹੈ ਸ਼ਹਿਰ ਦਾ। ਮੈਂ ਇਹ ਤਾਂ ਨਹੀਂ ਕਹਿੰਦਾ ਵੀ ਲੋਕ ਜਾਣ ਕੇ ਇੱਥੇ ਜਾਣ ਬੁੱਝ ਕੇ ਗੰਦ ਪਾਉਂਦੇ ਆ, ਵੀ ਉਹਨਾਂ ਦੀ ਮਨਸ ਹੈ, ਭਾਵਨਾ ਉਹਨਾਂ ਦੀ, ਕਿਉਂਕਿ ਉਹਨਾਂ ਨੂੰ ਵੀ ਪਤਾ ਵੀ ਇਹ ਰਾਮਲੀਲਾ ਗਰਾਊਂਡ ਹੈਗਾ ਇੱਕ ਧਾਰਮਿਕ ਸਥਾਨ ਹੈ, ਪਰ ਕਿਤੇ ਨਾ ਕਿਤੇ ਉਹਨਾਂ ਦੀ ਕੋਈ ਮਜਬੂਰੀ ਹੋਊਗੀ। ਮੈਂ ਨਹੀਂ ਕਹਿ ਸਕਦਾ ਵੀ ਕੀ ਹੈ, ਆਪਣਾ ਘਰ ਸਾਫ਼ ਕਰਨ ਲਈ ਲੋਕ ਇੱਥੇ ਗੰਦ ਪਾ ਦਿੰਦੇ ਆ। ਪਰ ਇਹ ਗੱਲ ਬੜੀ ਥੋੜ੍ਹੀ ਜਿਹੀ ਮਹਿਸੂਸ ਹੁੰਦੀ ਹੈ ਵੀ ਇੱਕ ਪਾਸੇ ਆਪਾਂ ਮੰਨ ਲਓ ਕਿ ਧਾਰਮਿਕ ਸਥਾਨਾਂ ਨੂੰ ਪੂਜਦੇ ਹਾਂ, ਉਹਨਾਂ ਦੇ ਮੱਥਾ ਟੇਕਦੇ ਹਾਂ,
ਪਰ ਆਪਦੇ ਘਰ ਚੋਂ ਕੱਢ ਕੇ ਸਮਾਨ ਗੰਦਗੀ ਬਲਕਿ ਇੱਕ ਮੰਦਿਰ ਦੇ ਮੂਹਰੇ ਲਾ ਦੇਣਾ, ਇਹ ਕਿਤੇ ਨਾ ਕਿਤੇ ਥੋੜ੍ਹੀ ਜਿਹੀ ਪਿੰਚ ਹੁੰਦੀ ਹੈ ਗੱਲ। ਜਦੋਂ ਕੱਲ ਪਤਾ ਲੱਗਿਆ ਵੀ ਇਦਾਂ ਦਾ ਪਲਾਨ ਕਰ ਰਹੇ ਆ ਰਾਮਲੀਲਾ ਗਰਾਊਂਡ ਬਾਰੇ, ਤਾਂ ਅੱਛਾ ਲੱਗਿਆ, ਵਧੀਆ ਲੱਗਿਆ। ਮਤਲਬ ਕਿ ਮੈਸੇਜ ਵੀ ਦਿੱਤਾ ਲੋਕਾਂ ਨੂੰ ਫੇਸਬੁੱਕ ਦੇ ਜ਼ਰੀਏ ਵੀ ਯਾਰ ਆਪਾਂ ਮੈਕਸਿਮਮ ਵਲੰਟੀਅਰ ਇਕੱਠੇ ਹੋ ਕੇ ਇਹਨੂੰ ਮੇਨਟੇਨ ਕਰੀਏ, ਸਫਾਈ ਕਰੀਏ, ਕਿਉਂਕਿ ਕੋਵਿਡ-19 ਦਾ ਟਾਈਮ ਚੱਲ ਰਿਹਾ ਹੈ। ਅੱਜ ਹਰ ਸੰਸਥਾ ਜਿਹੜੀ ਹੈਗੀ ਹੈ, ਪ੍ਰਸ਼ਾਸਨ, ਹਰ ਬੰਦਾ ਇਸ ਬਾਰੇ ਜਾਗਰੂਕ ਕਰ ਰਿਹਾ ਲੋਕਾਂ ਨੂੰ ਵੀ ਆਪਾਂ ਇਹ ਸਾਫ਼ ਸਫਾਈ ਰੱਖੀਏ, ਹੋਰ ਰੱਖੀਏ। ਤੁਹਾਡੇ ਕੋਲ ਕੋਈ ਅਜਿਹਾ ਸੁਝਾਅ ਹੈ ਜਿਹਦੇ ਨਾਲ ਇਸ ਸ਼ਹਿਰ ਹੀ ਨੇ, ਇਸ ਰਾਮਲੀਲਾ ਗਰਾਊਂਡ ਹੀ ਨਹੀਂ ਬਲਕਿ ਆਪਾਂ ਪੂਰੇ ਸ਼ਹਿਰ ਨੂੰ ਕੋਈ ਹੋਰ ਸਫਾਈ ਵਿਵਸਥਾ ਨੂੰ, ਡੰਪਾਂ ਨੂੰ ਚੁਕਾਇਆ ਜਾ ਸਕਦਾ? ਬਿਲਕੁਲ ਹਰਦੇਵ ਜੀ, ਗੱਲ ਇਸ ਤਰ੍ਹਾਂ ਕਿ ਤੁਸੀਂ ਬਹੁਤ ਵਧੀਆ ਸਵਾਲ ਕੀਤਾ। ਇਹ ਦੇਖੋ, ਫ੍ਰੀ ਦੇ ਵਿੱਚ ਕਿਸੇ ਵੀ ਚੀਜ਼ ਨੂੰ ਮੇਨਟੇਨ ਕਰਨਾ ਬੜਾ ਮੁਸ਼ਕਲ ਹੁੰਦਾ ਹੈ। ਜਿਹੜੀ ਰਾਮਲੀਲਾ ਗਰਾਊਂਡ ਹੈਗੀ ਹੈ, ਇਹ ਬੜਾ ਏਰੀਆ ਹੈ। ਇਹਦੇ ਵਿੱਚ ਜਿੰਨੇ ਵੀ ਸ਼ਹਿਰ ਦੇ ਵਿੱਚ ਲਵੇ ਲਾਉਣੇ ਦੇ ਪਿੰਡਾਂ ਦੇ ਲੋਕ, ਵਪਾਰੀ ਲੋਕ ਆਉਂਦੇ ਆ ਜਾਂ ਗ੍ਰਾਹਕ ਆਉਂਦੇ ਆ, ਤਾਂ ਆਪਦੇ ਵਹੀਕਲ ਖੜਾਉਂਦੇ ਆ, ਪਰਮਾਨੈਂਟ ਵਹੀਕਲ ਵੀ ਖੜ੍ਹਦੇ ਆ। ਪਰ ਇਹ ਇੱਕ ਛੋਟਾ ਜਿਹਾ ਮਤਲਬ ਕਿ ਇਹਨੂੰ ਮੇਨਟੇਨ ਕਰਨ ਦਾ ਇੱਕ ਇਹ ਜ਼ਰੀਆ ਹੋ ਸਕਦਾ ਹੈ ਵੀ ਜੇ ਆਪਾਂ ਇੱਕ ਨਾ ਮਾਤਰ ਛੋਟਾ ਜਿਹਾ ਸ਼ੁਲਕ ਮਤਲਬ ਕਿ ਜਿਵੇਂ ਕੋਈ 10 ਰੁਪਏ, 5 ਰੁਪਏ, 20 ਰੁਪਏ, ਜੇ ਆਪਾਂ ਇੱਕ ਐਂਟਰੀ ਇੱਥੇ ਜਿੰਨੇ ਵੀ ਵਹੀਕਲ ਆਉਂਦੇ ਆ ਜੇ ਆਪਾਂ ਉਹਨਾਂ ਤੋਂ ਕਲੈਕਟ ਕਰਦੇ ਹਾਂ, ਠੀਕ ਹੈ, ਤਾਂ ਇਹ ਇੰਨੇ ਕੁ ਪੈਸੇ ਇਕੱਠੇ ਹੋਣਗੇ ਜਿਹਦੇ ਨਾਲ ਆਪਾਂ ਰਾਮਲੀਲਾ ਗਰਾਊਂਡ ਨੂੰ ਇੱਕ ਬਹੁਤ ਹੀ ਸੁੰਦਰ, ਦੇਖਣਯੋਗ ਮਤਲਬ ਕਿ ਵੀ ਤਾਂ ਜੋ ਲੋਕ ਇੱਥੇ ਘੁੰਮਣ ਵੀ ਆ ਸਕਣ, ਇੱਦਾਂ ਦਾ ਇੱਥੇ ਵਾਤਾਵਰਨ ਕ੍ਰੀਏਟ ਕੀਤਾ ਜਾ ਸਕਦਾ ਹੈ। ਬੜੀ ਨੋਰਮਲ ਜੀ ਗੱਲ ਹੈ। ਮਤਲਬ ਕਿ ਹਰ ਬੰਦਾ ਆਪਦਾ ਵਹੀਕਲ ਵੀ ਚਾਹੁੰਦਾ ਵੀ ਮੇਰਾ ਸੇਫ ਜਗ੍ਹਾ 'ਤੇ ਖੜੇ, ਪਰ ਜਦੋਂ ਇੱਥੇ ਕੋਈ ਮਤਲਬ ਕਿ ਪਹਿਰੇਦਾਰ ਨਹੀਂ, ਕੋਈ ਨਿਗਾਹ ਰੱਖਣ ਵਾਲਾ ਨਹੀਂ, ਤਾਂ ਇਸ ਕਰਕੇ ਕੋਈ ਇਨਕਮ ਨਹੀਂ ਹੋ ਰਹੀ, ਤਾਂ ਜਿਹੜੀ ਇਹਦੀ ਸਨਾਤਨ ਧਰਮ ਮਹਾਂਵੀਰ ਪੰਜਾਬ ਦਲ ਦੀ ਜਿਹੜੀ ਕਮੇਟੀ ਹੈ, ਉਹ ਆਪਦੇ ਪੱਲੋਂ ਵੀ ਮੰਥਲੀ ਖਰਚੇ ਨਹੀਂ ਕਰ ਸਕਦੀ, ਮਜਬੂਰੀ ਹੈ ਕਿਉਂਕਿ ਇੰਨੇ ਫੰਡਸ ਨਹੀਂ ਹੁੰਦੇ। ਤਾਂ ਇਸ ਵਾਸਤੇ ਆਪਾਂ ਨੂੰ ਕੋਈ ਨਾ ਕੋਈ ਇੱਦਾਂ ਦਾ ਮਤਲਬ ਕਿ ਪਲੈਨਿੰਗ ਕਰਨੀ ਪਊਗੀ ਜਿਹਦੇ ਨਾਲ ਇਹਨੂੰ ਮੰਥਲੀ ਇਨਕਮ ਹੋਵੇ ਅਤੇ ਮੰਥਲੀ ਮੇਨਟੇਨੈਂਸ ਜਿਹੜੇ ਖਰਚੇ ਨੇ ਇਹਦੇ, ਇਹ ਉਸ ਇਨਕਮ ਤੋਂ ਲੈ ਕੇ ਇਹਨੂੰ ਸਾਫ਼ ਸਫਾਈ ਰੱਖੀ ਜਾਵੇ ਤਾਂ ਜੋ ਸੋਹਣਾ ਲੱਗੇ, ਆਉਣ ਜਾਣ ਵਾਲੇ ਨੂੰ ਹਰ ਬੰਦੇ ਨੂੰ ਇੱਕ ਅੱਛਾ ਮੈਸੇਜ ਲੈ ਕੇ ਜਾਵੇ। ਜਿਵੇਂ ਸੋਨੂੰ ਜੀ ਨੇ ਦੱਸਿਆ ਵੀ ਸ਼੍ਰੀ ਸਨਾਤਨ ਧਰਮ ਪੰਜਾਬ ਮਹਾਂਵੀਰ ਦਲ ਧਰਮਸ਼ਾਲਾ ਜਿਹੜੀ, ਇੱਥੇ ਇੰਨੇ ਫੰਕਸ਼ਨ ਹੁੰਦੇ ਆ, ਮਤਲਬ ਕਿ ਦੁੱਖ ਦੇ ਇੱਕ ਧਾਰਮਿਕ ਫੰਕਸ਼ਨ ਹੁੰਦੇ ਆ, ਕੋਈ ਜਾਗਰਣ ਹੁੰਦੇ ਆ, ਜਿਹੜੇ ਇਸ ਤਰ੍ਹਾਂ ਦੇ ਫੰਕਸ਼ਨਾਂ ਵਾਸਤੇ ਬੜਾ ਫੇਮਸ ਸਥਾਨ ਹੈ, ਠੀਕ ਹੈ। ਤਾਂ ਜਦੋਂ ਲੋਕ ਆਉਂਦੇ ਆ, ਦੇਖੋ ਦੂਰੋਂ ਦੂਰੋਂ ਲੋਕ ਆਉਂਦੇ ਆ, ਠੀਕ ਹੈ, ਤਾਂ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਬੜਲਾਡੇ ਦੀ ਛਵੀ ਕਿਤੇ ਨਾ ਕਿਤੇ ਇਹ ਕਿਤੇ ਨਾ ਕਿਤੇ ਚੋਟ ਲੱਗਦੀ ਹੈ ਜਦੋਂ ਇਹ ਗੰਦ ਦਿਖਦੇ ਆ। ਤਾਂ ਮੈਨੂੰ ਇਹ ਲੱਗਦਾ ਵੀ ਆਪਾਂ ਨੂੰ ਸਾਰੀਆਂ ਸੰਸਥਾਵਾਂ ਨੂੰ, ਸਾਰੇ ਜਿੰਨੇ ਵੀ ਇੱਥੋਂ ਦੇ ਪ੍ਰਸ਼ਾਸਨਿਕ ਅਧਿਕਾਰੀ ਹੈ ਜਾਂ ਐਮਸੀ ਸਾਹਿਬਾਨ ਹੈ, ਉਹਨਾਂ ਨੂੰ ਮਿਲ ਕੇ ਇਸ ਬਾਰੇ ਥੋੜ੍ਹਾ ਜਿਹਾ ਵਿਚਾਰ ਕਰਨਾ ਚਾਹੀਦਾ। ਇਹਦੀ ਕੋਈ ਇੱਦਾਂ ਦੀ ਪਲੈਨਿੰਗ ਕਰਨੀ ਚਾਹੀਦੀ ਵੀ ਇਹਨੂੰ ਆਪਾਂ ਮੇਨਟੇਨ ਕਰ ਸਕੀਏ ਜੀ। ਤਾਂ ਬਹੁਤ ਵਧੀਆ ਸੁਝਾਅ, ਬਹੁਤ ਵਧੀਆ ਰਾਏ ਇਹਨਾਂ ਨੇ ਦਿੱਤੀ ਕਿ ਅਗਰ ਇੱਥੇ ਇੱਕ ਪੇਡ ਪਾਰਕਿੰਗ ਦਾ ਅਰੇਂਜਮੈਂਟ ਕੀਤਾ ਜਾਏ, ਉੱਥੋਂ ਕੁਝ 10-20 ਰੁਪਏ ਲੈ ਕੇ ਲੋਕਾਂ ਨੂੰ ਇੱਥੇ ਗੱਡੀ ਖੜਾਉਣ ਦੀ ਇਜਾਜ਼ਤ ਮਿਲੇ, ਤਾਂ ਉਸ ਪੈਸੇ ਨਾਲ ਇਸ ਨੂੰ ਮੇਨਟੇਨ ਕੀਤਾ ਜਾ ਸਕਦਾ। ਮੇਰੇ ਨਾਲ ਦੀਪੂ ਬੋੜਾਵਾਲੀ ਜੀ ਨੇ ਵੀ ਸਮਾਜ ਸੇਵੀ ਨੇ, ਕਾਫੀ ਸੰਸਥਾਵਾਂ ਜੁੜੇ ਨੇ। ਦੀਪੂ ਜੀ, ਤੁਸੀਂ ਕੀ ਕਹਿਣਾ ਚਾਹੋਗੇ ਇਸ ਮੁੱਦੇ 'ਤੇ? ਸਰ, ਮੈਂ ਤਾਂ ਬੇਨਤੀ ਕਰਨਾ ਚਾਹੁੰਦਾ ਕਿਉਂਕਿ ਸਾਰਾ ਕੁਝ ਵੀਰ ਜੀ ਹੋਰਾਂ ਨੇ ਦੱਸ ਹੀ ਦਿੱਤਾ, ਕਿਉਂਕਿ ਜਿਹੜੇ ਵੀ ਉਰੇ ਕੂੜੇ ਦੇ ਢੇਰ ਲੱਗ ਰਹੇ ਨੇ, ਇਹ ਕੋਈ ਬਾਹਰੋਂ ਤਾਂ ਆਉਂਦੇ ਨਹੀਂ, ਆਪਣੇ ਲੋਕਾਂ ਦੀ ਲਾਏ ਹੋਏ ਕੂੜੇ ਦੇ ਢੇਰ ਨੇ। ਤਾਂ ਮੈਂ ਬੇਨਤੀ ਹੈ ਵੀ ਸਾਰੇ ਸ਼ਹਿਰ ਵਾਸੀਆਂ ਨੂੰ ਜਾਂ ਗਰਾਊਂਡ ਦੇ ਆਸੇ-ਪਾਸੇ ਜੋ ਵੀ ਲੋਕ ਰਹਿੰਦੇ ਨੇ ਜਾਂ ਦੁਕਾਨਦਾਰੀ ਕਰਦੇ ਨੇ, ਵੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਇੱਥੇ ਕੂੜਾ ਨਾ ਸੁੱਟਿਆ ਜਾਵੇ। ਕਿਉਂਕਿ ਦੇਖੋ, ਜੇ ਇਕੱਲੇ ਆਪਣੇ ਇਹੀ ਆਪਾਂ ਹੀ ਸਮਝ ਜੀਏ ਵੀ ਇੱਥੇ ਕੂੜਾ ਨਾ ਡਿੱਗੀਏ ਤਾਂ ਕੂੜੇ ਦਾ ਡੰਪ ਹੀ ਖਤਮ ਹੋ ਜਾਊਗਾ। ਨੰਬਰ 2, ਰਕੇਸ਼ ਜੀ ਨੇ ਤੁਹਾਨੂੰ ਦੱਸਿਆ ਹੀ ਹੈ ਵੀ ਇੱਥੇ ਪੇਡ ਪਾਰਕਿੰਗ ਹੋ ਜੇ ਤਾਂ ਇਸ ਨੂੰ ਆਪਾਂ ਬਹੁਤ ਸੁੰਦਰ ਜਗ੍ਹਾ ਬਣਾ ਸਕਦੇ ਹਾਂ। ਬਿਨਾਂ ਪੈਸੇ ਤੋਂ ਕੁਝ ਨਹੀਂ ਹੁੰਦਾ, ਤੁਹਾਨੂੰ ਵੀ ਪਤਾ ਹੈ ਜੀ। ਕੋਈ ਆਪਾਂ ਚੀਜ਼ ਨੂੰ ਐਕਸਟਰਾ ਦਿੱਖ ਦੇਣੀ ਹੈ ਤਾਂ ਉਹਦੇ ਲਈ ਪੈਸੇ ਦੀ ਸਭ ਤੋਂ ਪਹਿਲਾਂ ਮਹੱਤਤਾ ਹੈ। ਇਸ ਕਰਕੇ ਇੱਥੇ ਪੇਡ ਪਾਰਕਿੰਗ ਬਣ ਜਾਣੀ ਚਾਹੀਦੀ ਹੈ, ਜਿਹਦੇ ਵਿੱਚ 4 ਪਹੀਆ ਵਾਹਨ ਦੀ ਪੇਡ ਹੋਵੇ, ਮੋਟਰਸਾਈਕਲ, ਸਕੂਟਰ, ਕਿਉਂਕਿ ਦੁਕਾਨਾਂ ਵਾਲੇ ਤਕਰੀਬਨ ਇੱਥੇ ਆਉਂਦੇ ਨੇ। ਉਹਨਾਂ ਨੂੰ ਵੀ ਬੇਨਤੀ ਹੈ, ਕਿਉਂਕਿ ਇੰਨਾ ਬਾਜ਼ਾਰ ਖੁੱਲ੍ਹ ਗਿਆ ਹੁਣ, ਆਪਦਾ ਮੋਟਰਸਾਈਕਲ, ਸਕੂਟਰ ਚਾਹੇ ਅੰਦਰ ਲਾ ਦਿੱਤਾ ਜਾਵੇ ਅਤੇ ਵੱਡੀਆਂ ਗੱਡੀਆਂ ਆਉਂਦੀਆਂ ਉਹਨਾਂ ਤੋਂ ਪਾਰਕਿੰਗ ਲੈਤੀ ਜਾਵੇ। ਕਿਉਂਕਿ ਜਦੋਂ ਪਾਰਕਿੰਗ ਦੇ ਪੈਸੇ ਇਕੱਠੇ ਹੋਣਗੇ, ਉਸੇ ਨਾਲ ਹੀ ਆਪਾਂ 2 ਮੁਲਾਜ਼ਮ ਵੀ ਰੱਖ ਸਕਦੇ ਹਾਂ, ਕੁਛ ਨਾ ਕੁਛ ਐਕਸਟਰਾ ਹੋਰ ਵੀ ਬਹੁਤ ਕੁਛ ਕਰ ਸਕਦੇ ਹਾਂ। ਪੌਦੇ ਲਾ ਕੇ ਆਪਾਂ ਇਹਨੂੰ ਗਰੀਨਰੀ ਦੇ ਤੌਰ 'ਤੇ, ਅੱਜ ਕੱਲ੍ਹ ਤੁਹਾਨੂੰ ਪਤਾ ਆਕਸੀਜਨ ਸਭ ਤੋਂ ਵੱਡੀ ਪ੍ਰੋਬਲਮ ਹੈ, ਆਕਸੀਜਨ ਆਪਣੇ ਪੌਦੇ ਲੱਗਣਗੇ, ਹੋਰ ਫਾਇਦਾ ਹੋਊਗਾ ਜੀ। ਤਾਂ ਦੋਸਤੋ, ਦੀਪੂ ਜੀ ਨੇ ਇੱਕ ਬੜੀ ਸੋਹਣੀ ਗੱਲ ਕਹੀ ਹੈ ਕਿ ਸ਼ਹਿਰ ਨੂੰ ਸੁੰਦਰ ਬਣਾਉਣ ਦਾ ਠੇਕਾ ਅਸੀਂ ਦੂਜਿਆਂ ਨੂੰ ਨਹੀਂ ਦੇ ਸਕਦੇ। ਸਾਡੇ ਕੋਲ ਆਪਣੇ ਕੋਲ ਇਹ ਅਧਿਕਾਰ ਹੈ, ਸਾਡੇ ਕੋਲ ਆਪਣੇ ਕੋਲ ਇਹ ਹੱਕ ਵੀ ਹੈ, ਸਾਡੀ ਆਪਣੀ ਡਿਊਟੀ ਵੀ ਹੈ ਕਿ ਅਸੀਂ ਆਪਣੀ ਡਿਊਟੀ ਪੂਰੀ ਕਰੀਏ। ਅਸੀਂ ਆਪਣੇ ਘਰ ਦਾ ਕੂੜਾ ਡੰਪ 'ਤੇ ਨਾ ਸੁੱਟ ਕੇ ਪ੍ਰੋਪਰ ਜੋ ਵੇ ਹੈ, ਹਾਲਾਂਕਿ ਘਰਾਂ ਦੇ ਵਿੱਚ ਕੂੜਾ ਚੱਕਣ ਵਾਲੀਆਂ ਰੇਹੜੀਆਂ ਵੀ ਜਾਂਦੀਆਂ ਨੇ, ਟੈਂਪੂ ਵੀ ਜਾਂਦੇ ਨੇ,
ਹੋ ਸਕਦਾ ਅੱਜ ਕੱਲ੍ਹ ਹੜਤਾਲ ਕਰਕੇ ਤੁਹਾਨੂੰ ਕੋਈ ਅਸੁਵਿਧਾ ਆ ਰਹੀ ਹੋਵੇ, ਲੇਕਿਨ ਕੁਝ ਦਿਨਾਂ ਦੀ ਗੱਲ ਆ, ਉਹ ਸੁਵਿਧਾ ਵੀ ਤੁਹਾਡੇ ਲਈ ਜਲਦੀ ਲਾਗੂ ਹੋ ਜਾਏਗੀ। ਲੇਕਿਨ ਫਿਲਹਾਲ ਜੋ ਇਹਨਾਂ ਨੇ ਗੱਲ ਕਹੀ ਹੈ ਕਿ ਅਸੀਂ ਆਪਣੇ ਆਪ ਨੂੰ ਸੁਧਾਰ ਸਕਦੇ ਹਾਂ, ਅਸੀਂ ਆਪਣੇ ਘਰ ਦਾ ਕੂੜਾ ਆਪਣੇ ਗਲੀ ਦੇ ਮੋੜਾਂ ਦੇ ਡੰਪਾਂ 'ਤੇ ਜਾਂ ਫਿਰ ਇਸ ਤਰ੍ਹਾਂ ਦੀਆਂ ਸੰਸਥਾਵਾਂ ਜਿਹੜੀਆਂ ਕਿ ਸਾਂਝੀਆਂ ਸੰਸਥਾਵਾਂ ਨੇ, ਪੂਜਣਯੋਗ ਨੇ, ਉੱਥੇ ਅਸੀਂ ਕੂੜੇ ਦਾ ਇਸ ਤਰੀਕੇ ਨਾਲ ਗੰਦ ਪਾਈਏ। ਤਾਂ ਸੋਨੂ ਸਾਨੀ ਜੀ ਮੇਰੇ ਨਾਲ ਨੇ, ਜਿਹੜੇ ਕਿ ਇੱਥੇ ਰਾਮਲੀਲਾ ਗਰਾਊਂਡ ਦੇ ਕੋਲ ਹੀ ਇਹਨਾਂ ਦੀ ਰਿਹਾਇਸ਼ ਹੈ। ਸੋਨੂ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇੱਥੇ, ਕੀ ਤੁਸੀਂ ਮੇਨਟੇਨ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਸਫਾਈ ਨੂੰ ਆਪਣੇ ਲੈਵਲ 'ਤੇ? ਦੇਖੋ ਜੀ, ਮੈਂ ਇਕੱਲਾ ਤਾਂ ਕੁਝ ਵੀ ਨਹੀਂ ਕਰ ਸਕਦਾ। ਸਾਡੀ ਗਲੀ ਵਾਲੇ ਨੇ ਬਹੁਤ ਵਾਰੀ ਕੋਸ਼ਿਸ਼ ਕੀਤੀ ਹੈ, ਇੱਥੇ ਪੌਦੇ ਵੀ ਲਾਏ ਨੇ ਸਾਈਡਾਂ 'ਤੇ ਅਤੇ ਇੱਥੇ ਬਕਾਇਦਾ ਬੰਦਾ ਵੀ ਰੱਖਿਆ ਸੀ, ਪਰ ਜਦੋਂ ਇੱਕ ਬੰਦਾ ਸਭ ਕੁਝ ਨਹੀਂ ਕਰ ਸਕਦਾ, ਕੁਛ ਦੁਕਾਨਦਾਰ ਨਹੀਂ ਕਰ ਸਕਦੇ। ਜੇ ਸਾਰੇ ਦੁਕਾਨਦਾਰ ਰਲ ਕੇ ਕੁਛ ਸੰਸਥਾਵਾਂ ਤਾਂ ਸਾਰਾ ਕੁਝ ਹੋ ਜਾਊਗਾ, ਪਰ ਸਹਿਯੋਗ ਮਿਲ ਨਹੀਂ ਰਿਹਾ ਪ੍ਰੋਪਰਲੀ। ਅੱਛਾ, ਸਹਿਯੋਗ ਨਹੀਂ ਮਿਲ ਰਿਹਾ। ਅੱਛਾ, ਕਿ ਜਿਹੜਾ ਜ਼ਿਆਦਾਤਰ ਕੂੜਾ ਇੱਥੇ ਆਸ-ਪਾਸ ਦੇ ਲੋਕਾਂ ਵੱਲੋਂ ਹੀ ਸੁੱਟਿਆ ਜਾਂਦਾ ਹੈ, ਕਿ ਉਹ ਉਸ 'ਤੇ ਨੱਥ ਪਾਈ ਜਾ ਸਕਦੀ ਹੈ ਤੁਹਾਡੇ ਹਿਸਾਬ ਨਾਲ? ਉਹ ਤਾਂ ਐ ਨਹੀਂ, ਜਦੋਂ ਹੁਣ ਆਪਾਂ ਨਿਗਾਹ ਕੋ ਰੱਖਦਾ ਨਹੀਂਗਾ, ਇੱਕ ਬੰਦਾ ਡਿੱਗ ਗਿਆ, ਜਦੋਂ ਇੱਕ ਬੰਦਾ ਡਿੱਗ ਗਿਆ ਕੂੜੇ 'ਤੇ ਕੂੜਾ ਡਿੱਗਣ ਲੱਗ ਜਾਂਦਾ ਜੀ। ਕਿਹਨੂੰ ਰੋਕਾਂਗੇ? ਅਲੱਗ ਪਹਿਲਾਂ ਡਿੱਗਿਆ ਪਿਆ, ਜਦੋਂ ਪਹਿਲਾਂ ਡਿੱਗਣੋਂ ਹੀ ਹਟ ਜੇ, ਪਹਿਲਾ ਬੰਦੇ ਟਿਕ ਜੇ, ਦੂਜਾ ਬੰਦਾ ਆਪੇ ਟਿਕ ਜਾਊਗਾ ਜੀ। ਤਾਂ ਸੋਨੂ ਜੀ, ਤੁਸੀਂ ਇਸ ਮਸਲੇ 'ਤੇ ਕੁਝ ਹੋਰ ਕਹਿਣਾ ਚਾਹੁੰਦੇ ਹੋ, ਕਿਸ ਤਰ੍ਹਾਂ ਮੇਨਟੇਨ ਕੀਤਾ ਜਾ ਸਕਦਾ ਇਸ ਦੀ ਸਫਾਈ ਨੂੰ? ਬਿਲਕੁਲ ਜੀ, ਜਿਵੇਂ ਪਹਿਲਾਂ ਵੀ ਸੁਝਾਅ ਦਿੱਤਾ ਹੈ ਰਕੇਸ਼ ਜੀ ਨੇ, ਸੋਨੂ ਜੀ ਵੀ ਨੇ ਦੱਸਿਆ ਹੈਗਾ ਵੀ ਇੱਕ ਬੰਦਾ ਜਾਂ 2-4 ਬੰਦੇ ਮਿਲ ਕੇ ਇਸ ਨੂੰ ਮੇਨਟੇਨ ਨਹੀਂ ਕਰ ਸਕਦੇ। ਇਹਦੇ ਲਈ ਪ੍ਰੋਪਰਲੀ ਸਾਰੀਆਂ ਸੰਸਥਾਵਾਂ ਇਕੱਠੀਆਂ ਹੋਣ, ਇੱਥੋਂ ਦੇ ਆਸ-ਪਾਸ ਦੇ ਵਸਨੀਕ ਇਕੱਠੇ ਹੋਣ, ਅਤੇ ਪਲੱਸ ਜਿਵੇਂ ਕੋਈ ਇਨਕਮ ਦਾ ਸੋਰਸ ਜਨਰੇਟ ਕਰਕੇ ਪਰਮਾਨੈਂਟ 2 ਬੰਦੇ ਇੱਥੇ ਹਾਇਰ ਕੀਤੇ ਜਾਣ, ਜਿਨ੍ਹਾਂ ਨਾਲ ਕੰਮ ਹੀ ਇਹ ਹੋਵੇ ਇਹਨੂੰ ਮੇਨਟੇਨ ਕਰਨਾ। ਉਹਨਾਂ ਦੀ ਇਨਕਮ ਸੋਰਸ ਲਈ ਅਸੀਂ ਨਗਰ ਕੌਂਸਲ ਦੀ ਪੁਰਾਣੀ ਕਾਰਜ ਕਮੇਟੀ ਨੂੰ ਵੀ ਇੱਕ ਬੇਨਤੀ ਪੱਤਰ ਦਿੱਤਾ ਸੀਗਾ। ਅੱਜ ਵੀ ਅਸੀਂ ਨਗਰ ਕੌਂਸਲ ਪ੍ਰਧਾਨ ਸੁਖਪਾਲ ਜੀ ਨੂੰ ਬੇਨਤੀ ਪੱਤਰ ਦਿੱਤਾ ਹੈਗਾ ਕਿ ਮੰਦਰ ਕਮੇਟੀ ਨੂੰ ਜਾਂ ਰਾਮਲੀਲਾ ਗਰਾਊਂਡ ਕਮੇਟੀ ਨੂੰ ਇੱਕ ਤੁਸੀਂ ਮਤਾ ਪਾ ਕੇ ਇਹ ਪਰਮਿਸ਼ਨ ਦਿੱਤੀ ਜਾਵੇ ਕਿ ਆਪਣੇ ਐਂਡ 'ਤੇ ਇਹ ਕਬਦੀ ਕਮੇਟੀ ਇਹਨਾਂ ਦੀ ਜੋ ਹੈਗੀ ਹੈ ਉਹ 2 ਬੰਦੇ ਇੱਥੇ ਹਾਇਰ ਕਰ ਸਕਣ, ਤਾਂ ਕਿ ਕੱਲ੍ਹ ਨੂੰ ਕੋਈ ਇਤਰਾਜ਼ਬਾਜ਼ੀ ਨਾ ਹੋਵੇ, ਇਸ ਨੂੰ ਪੂਰਾ ਸੁਧਾਰ ਕੀਤਾ ਜਾਵੇ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਕੋਵਿਡ ਦੇ ਦੌਰਾਨ ਉਸ ਤੋਂ ਅੱਗੇ ਪਿੱਛੇ ਵੀ ਸ਼ਹਿਰ ਦੀਆਂ ਸਾਡੀਆਂ ਮਹਾਕਾਵੜ ਸੰਘ ਔਰ ਗਊ ਸੇਵਾ ਵੱਲੋਂ ਲਗਾਤਾਰ ਸਮਾਜ ਸੇਵਾ ਦੇ ਕੰਮ ਕੀਤੇ ਜਾਂਦੇ ਰਹੇ ਨੇ। ਹੁਣ ਇਸੇ ਤਹਿਤ 5 ਜੂਨ 2021 ਨੂੰ ਸਭ ਨੂੰ ਪਤਾ ਹੈ ਵਿਸ਼ਵ ਵਾਤਾਵਰਣ ਦਿਵਸ ਹੁੰਦਾ ਹੈਗਾ। ਇਸੇ ਤਹਿਤ ਅਸੀਂ ਇੱਕ ਮਿਸ਼ਨ ਹੋਰ ਲਾਂਚ ਕਰ ਰਹੇ ਹਾਂ। ਜਿਵੇਂ ਕਿ ਸਾਰੇ ਬੁਢਲਾਡਿਆਂ ਨੂੰ ਪਤਾ ਹੈਗਾ, ਪਿਛਲੇ ਸਾਲ ਇੱਕ ਇੰਡੀਆ ਲੈਵਲ ਦੇ ਸਰਵੇ ਦੇ ਵਿੱਚ ਬੁਢਲਾਡਾ ਦੀ ਨਗਰ ਕੌਂਸਲ ਨੂੰ ਨੰਬਰ 1 ਦਾ ਤਮਗਾ ਮਿਲਿਆ ਸੀ। ਹੁਣ ਇਹ ਤਮਗਾ ਉਤਾਰਨਾ ਇਕੱਲੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ ਹੈਗੀ, ਆਪਣੀਆਂ ਸਾਰੀਆਂ ਸਾਂਝੀਆਂ ਸੰਸਥਾਵਾਂ, ਸਾਰੇ ਸ਼ਹਿਰ ਵਾਸੀਆਂ ਦੀ ਜ਼ਿੰਮੇਵਾਰੀ ਹੈ। ਉਸੇ ਤਹਿਤ ਅਸੀਂ ਇਸ ਵਾਤਾਵਰਣ ਦਿਵਸ ਦੇ ਉੱਤੇ ਇੱਕ ਮਿਸ਼ਨ ਲਾਂਚ ਕਰ ਰਹੇ ਹਾਂ, ਜਿਹਦਾ ਨਾਮ ਰੱਖਿਆ ਹੈ ਮਿਸ਼ਨ ਕਲੀਨ ਅਤੇ ਗ੍ਰੀਨ ਬੁਢਲਾਡਾ। ਔਰ ਇਸ ਮਿਸ਼ਨ ਨੂੰ ਸਕਸੈਸ ਕਰਨ ਲਈ ਸਾਨੂੰ ਬੁਢਲਾਡਾ ਪ੍ਰਸ਼ਾਸਨ, ਬੁਢਲਾਡਾ ਦੀਆਂ ਸਾਰੀਆਂ ਸੰਸਥਾਵਾਂ ਅਤੇ ਬੁਢਲਾਡੇ ਦੇ ਸਾਰੇ ਸ਼ਹਿਰੀਆਂ ਦੇ ਸਾਥ ਦੀ ਲੋੜ ਹੈ। ਇਸ ਤਹਿਤ ਵੱਧ ਤੋਂ ਵੱਧ ਜੋ ਸਫਾਈ ਦੇ ਧਿਆਨ ਰੱਖਿਆ ਜਾਵੇਗਾ, ਪਲੱਸ ਜਿੱਥੇ ਵੀ ਸੰਭਵ ਹੋਊਗਾ ਉੱਥੇ ਦਰਖਤ ਵੀ ਲਗਾਏ ਜਾਣਗੇ, ਡੈਕੋਰੇਟਿਵ ਪੌਦੇ ਵੀ ਲਾਏ ਜਾਣਗੇ। ਇੱਕ ਵਰਟੀਕਲ ਗਾਰਡਨ, ਜਿਵੇਂ ਤੁਸੀਂ ਦੇਖਿਆ ਹੋਊਗਾ ਵੱਡੇ ਵੱਡੇ ਮਾਲਾਂ 'ਚ ਸ਼ਹਿਰਾਂ ਦੇ ਵਿੱਚ ਹੁੰਦਾ ਹੈਗਾ, ਜਿੱਥੇ ਸਪੇਸ ਨਹੀਂ ਹੁੰਦੀ ਹੈਗੀ, ਉਹ ਕੰਧਾਂ ਦੇ ਉੱਤੇ ਬੋਤਲਾਂ ਦੇ ਵਿੱਚ ਪਲਾਂਟਿੰਗ ਹੁੰਦੀ ਹੈ, ਉਹ ਅਸੀਂ ਪ੍ਰੋਜੈਕਟ ਸੋਚ ਰਹੇ ਹਾਂਗੇ। ਇਸੇ ਤਰ੍ਹਾਂ ਇੱਕ ਸੀਡ ਬਾਲਸ ਹੁੰਦੇ ਨੇਗੇ, ਖਾਲੀ ਜਗ੍ਹਾ ਦੇ ਵਿੱਚ ਡਿੱਗੇ ਜਾਂਦੇ ਨੇ, ਜਦੋਂ ਬਾਰਿਸ਼ ਤੋਂ ਬਾਅਦ ਉਹ ਆਟੋਮੈਟਿਕ ਪੁੰਗਰੇ ਜਾਂਦੇ ਨੇਗੇ। ਇਸ ਤਰ੍ਹਾਂ ਦੀਆਂ ਅਸੀਂ ਮੁਹਿੰਮਾਂ ਚਲਾਉਣ ਦੀ ਸੋਚ ਰਹੇ ਹਾਂ। ਇਹ ਲਗਾਤਾਰ ਜਾਰੀ ਰੱਖੀਆਂ ਜਾਣਗੀਆਂ, ਪਰ ਇਹਦੇ ਲਈ ਸਾਨੂੰ ਸਭ ਦੇ ਸਾਥ ਦੀ ਜ਼ਰੂਰਤ ਹੈ ਜੀ। ਤਾਂ ਬਿਲਕੁਲ ਇਹਨਾਂ ਨੇ ਦੱਸਿਆ ਆਪਣਾ ਪਲਾਨ ਕਿ ਮਿਸ਼ਨ ਕਲੀਨ ਤੇ ਗ੍ਰੀਨ ਬੁਢਲਾਡਾ ਇਹ ਸੋਚ ਰਹੇ ਨੇ, ਲੇਕਿਨ ਬੁਢਲਾਡਾ ਵਾਸੀ ਨੇ ਜੋ ਆਪਣੇ ਘਰ ਦਾ ਕੂੜਾ ਸੰਸਥਾਵਾਂ, ਸਾਂਝੀਆਂ ਸੰਸਥਾਵਾਂ 'ਤੇ ਜਾ ਕੇ ਡੰਪ ਖੜੇ ਕਰ ਰਹੇ ਨੇ। ਤਾਂ ਸਾਡੀ ਬੁਢਲਾਡਾ ਵਾਸੀਆਂ ਦੀ ਇਹ ਮੁੱਢਲੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਸੀਂ ਘੱਟੋ ਘੱਟ ਆਪਣੀਆਂ ਇਹਨਾਂ ਆਦਤਾਂ 'ਤੇ ਸੁਧਾਰ ਕਰੀਏ, ਆਪਣੇ ਘਰ ਦਾ ਕੂੜਾ ਘੱਟੋ ਘੱਟ ਅਜਿਹੀਆਂ ਸੰਸਥਾਵਾਂ, ਗਲੀਆਂ ਦੇ ਮੋੜਾਂ 'ਤੇ ਨਾ ਸੁੱਟੀਏ। ਇਹ ਸਾਡੇ ਸ਼ਹਿਰ 'ਤੇ ਇੱਕ ਤਰ੍ਹਾਂ ਦਾ ਧੱਬਾ ਹੈ। ਤਾਂ ਬਿਲਕੁਲ ਅਜਿਹੀਆਂ ਸੰਸਥਾਵਾਂ ਜਦੋਂ ਅਜਿਹੀਆਂ ਕੋਸ਼ਿਸ਼ਾਂ ਕਰਦੀਆਂ ਨੇ ਸ਼ਹਿਰ ਨੂੰ ਸੁੰਦਰ ਬਣਾਉਣ ਨੂੰ, ਸਾਫ਼ ਬਣਾਉਣ ਨੂੰ, ਤਾਂ ਉੱਥੇ ਸਾਡਾ ਸਭ ਤੋਂ ਪਹਿਲਾ ਯੋਗਦਾਨ ਇਹੀ ਬਣਦਾ ਕਿ ਅਸੀਂ ਆਪਣੀ ਡਿਊਟੀ ਅਦਾ ਕਰੀਏ। ਕੈਮਰਾਮੈਨ ਗੌਰਿਸ਼ ਦੇ ਨਾਲ ਮੈਂ ਹਰਦੇਵ ਕਮਲ, ਬੁਢਲਾਡਾ ਸਿਟੀ ਰੇਡੀਓ।